ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਪਹਿਲਾ। ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਂਗੈ ਫਿਰਹਿ ਜਨ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡਹਿ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗਹਿ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਵੇਖੈ ਹਾਜ਼ਰਾ ਹਜੂਰ ਵੇਖ ਵਿਡਾਣ ਰਹਿਆ ਵਿਸਮਾ ਨਾਨਕ ਬੁੱਝਣ ਪੂਰੈ ਪਾਰ। ਜਿਸ ਸ਼ਲੋਕ ਦਾ ਹੁਣੇ ਆਪਾਂ ਬੜੇ ਪਿਆਰ ਅਤੇ ਟਿਕਾ ਦੇ ਨਾਲ ਬੈਠ ਕੇ ਪਾਠ ਸਰਵਣ ਕੀਤਾ ਹੈ, ਇਹ ਸ਼ਲੋਕ ਸਿੱਖ ਧਰਮ ਦੇ ਬਾਨੀ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਆਸਾ ਕੀ ਵਾਰ ਦੇ ਵਿੱਚ, ਕਿਉਂਕਿ ਪਿਛਲੀ ਵੀਡੀਓ ਦੇ ਵਿੱਚ ਆਪਾਂ ਆਸਾ ਕੀ ਵਾਰ ਜੀ ਦੀ ਤੀਸਰੀ ਪੌੜੀ ਦੀ ਵਿਚਾਰ ਸਾਂਝੀ ਕੀਤੀ ਸੀ ਆਪ ਸਭ ਦੇ ਨਾਲ। ਔਰ ਆਹ ਜਿਹੜਾ ਸ਼ਲੋਕ ਹੈ ਉਹ ਉਸ ਪੌੜੀ ਦੇ ਨਾਲ ਸੰਬੰਧ ਰੱਖਣ ਵਾਲਾ ਹੈ। ਸੋ ਅੱਜ ਦੀ ਇਸ ਵੀਡੀਓ ਰਾਹੀਂ ਆਪਾਂ ਇਸ ਸ਼ਲੋਕ ਨੂੰ ਸਮਝਣ ਦਾ ਯਤਨ ਕਰਨਾ ਹੈ ਕਿ ਗੁਰੂ ਪਾਤਸ਼ਾਹ ਇਸ ਸ਼ਲੋਕ ਦੇ ਰਾਹੀਂ ਸਾਡੇ ਨਾਲ ਕਿਹੜਾ ਮੈਸੇਜ ਸਾਂਝਾ ਕਰਨਾ ਚਾਹੁੰਦੇ ਹਨ। In the previous video, we discussed and translated the third pauri of Asa Ki War. Today, we will be breaking down the slok that is connected to that pauri. What is Guru Pasha trying to explain to us in this slok? Slok ਦੀ ਸ਼ੁਰੂਆਤ ਹੁੰਦੀ ਹੈ ਪਾਸ਼ਾ ਕਹਿੰਦੇ ਨੇ ਵਿਸਮਾਦ ਨਾਦ ਵਿਸਮਾਦ ਵੇਦ। It is very important to pay attention to the wording in this slok because Guru Pasha starts it off by saying Ved, and Ved are the Hindu religion's main scriptures, and they are those scriptures that the Brahman used to lay the foundation of his pujari structure. ਇੱਥੇ ਗੁਰੂ ਪਾਤਸ਼ਾਹ ਨੇ ਵੇਦਾਂ ਦੀ ਗੱਲ ਕੀਤੀ ਹੈ ਵੀ ਵਿਸਮਾਦ ਨਾਦ ਵਿਸਮਾਦ ਵੇਦ, ਤੇ ਵੇਦ ਉਹ ਗ੍ਰੰਥ ਹਨ ਜਿਨ੍ਹਾਂ ਦੇ ਆਧਾਰ ਤੇ ਬ੍ਰਾਹਮਣ ਪੁਜਾਰੀ ਨੇ ਆਪਣੇ ਸਾਰੇ ਦਾ ਸਾਰਾ ਢਾਂਚਾ ਖੜਾ ਕੀਤਾ। ਸੋ ਇਸ ਸ਼ਲੋਕ ਦੇ ਰਾਹੀਂ ਗੁਰੂ ਪਾਤਸ਼ਾਹ ਸਾਨੂੰ ਕੀ ਸਮਝਾਉਣਾ ਚਾਹੁੰਦੇ ਹਨ? ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ। ਹੁਣ ਭੇਦ ਕਹਿੰਦੇ ਨੇ ਭੁਲੇਖੇ ਨੂੰ। ਹੁਣ ਗੁਰੂ ਪਾਤਸ਼ਾਹ ਇੱਥੇ ਕੀ ਕਹਿਣਾ ਚਾਹੁੰਦੇ ਨੇ ਸਾਨੂੰ? What is Guru Pasha trying to explain here? Because the word ped means delusion, it means doubt. Vismad naad vismad ved vismad ji vismad ped, ਵੀ ਲੋਕ ਜਿਹੜੇ ਹਨ ਉਹ ਇੱਕ ਭਰਮ ਦੇ ਵਿੱਚ ਰਹਿ ਰਹੇ ਹਨ, ਵੀ ਵੇਦਾਂ ਦਾ ਰਾਗ ਅਲਾਪਦੇ ਹੋਏ ਇੱਕ ਭਰਮ ਦੇ ਵਿੱਚ ਜੀ ਰਹੇ ਹਨ, ਤੇ ਉਸ ਭਰਮ ਨੂੰ ਉਹ ਵਿਸਮਾਦ ਸਮਝਦੇ ਹਨ ਵੀ ਅਸੀਂ ਵਿਸਮਾਦ ਵਿੱਚ ਰਹਿ ਰਹੇ ਹਾਂ, ਅਸੀਂ ਮਸਤੀ ਵਿੱਚ ਰਹਿ ਰਹੇ ਹਾਂ। Guru Pasha says we the people of the world, the people of this society, what are they doing? They are being led astray by their religious texts, by the pujaris who are controlling those texts. And whatever narrative those pujaris have perpetuated, the people of society say that real masti, real enjoyment of life is whatever the pujari tells us. We are going to go according to the Brahman because the Brahman controls what will happen to us in this life and what will happen to us in our next life as well. But in this slok, Guru Pasha says that is not real enjoyment. Let me show you how to enjoy life, how to give back to society.
ਪਾਤਸ਼ਾਹ ਕਹਿੰਦੇ ਨੇ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀਵ ਵਿਸਮਾਦ ਭੇਦ, ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗੈ ਫਿਰਹਿ ਜੰਤ। ਵੀ ਵੇਦਾਂ ਦੇ ਨਾਟਕੀ ਤਮਾਸ਼ੇ ਦਾ ਰਾਗ ਅਲਾਪ ਦੇ ਅਗਿਆਨਤਾ ਦੇ ਵਸ ਵਿੱਚ ਹੋ ਕੇ ਇਹ ਦੁਨੀਆ ਦੇ ਲੋਕ ਕੀ ਕਰ ਰਹੇ ਹਨ? ਦੁਨੀਆ ਦੇ ਲੋਕ ਕਹਿ ਰਹੇ ਹਨ ਵੀ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗੈ ਫਿਰਹਿ ਜੰਤ। ਵੀ ਜੰਗਲਾਂ ਦੇ ਵਿੱਚ ਕੱਪੜੇ ਲਾ ਕੇ ਉਹ ਮਸਤੀ ਮਹਿਸੂਸ ਕਰ ਰਹੇ ਨੇ, ਵੀ ਇਹ ਅਸਲ ਮਸਤੀ ਹੈ। Guru Pasha says we some people living in ignorance, living according to that perpetuated narrative of the pujari system. What do some people do? Some people leave their responsibilities, leave their homes, go to jungles, take off their clothes and say, this is how we want to enjoy life. ਇਸ ਸ਼ਲੋਕ ਦੇ ਵਿੱਚ ਗੁਰੂ ਪਾਤਸ਼ਾਹ ਉਸ ਸਮਾਜ ਉਹਨਾਂ ਦੇ ਹਾਲਾਤ ਬਿਆਨ ਕਰਦੇ ਹਨ ਵੀ ਦੁਨੀਆ ਦੇ ਲੋਕ ਇਹ ਮੰਨਦੇ ਹਨ ਕਿ ਮਸਤੀ ਇਹਨਾਂ ਚੀਜ਼ਾਂ ਵਿੱਚ ਹੈ, ਪਰ ਪਾਤਸ਼ਾਹ ਕਹਿੰਦੇ ਨੇ ਨਹੀਂ, ਇਹਨੂੰ ਮਸਤੀ ਨਹੀਂ ਕਹਿੰਦੇ। ਆਓ ਮੈਂ ਤੁਹਾਨੂੰ ਰੀਅਲ ਮਸਤੀ ਸਮਝਾਵਾਂ ਵੀ ਮਸਤੀ ਹੁੰਦੀ ਕੀ ਆ। ਗੁਰੂ ਪਾਤਸ਼ਾਹ breaks down how people thought life was supposed to be like. This is enjoyment of life. Turn your back on your responsibilities. Just enjoy by yourself. Forget about everyone else. But in this slok, Guru Pasha says, no, let me show you what enjoyment in reality is. How to enjoy life and how to fulfill your responsibilities at the same time. ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗੈ ਫਿਰਹਿ ਜੰਤ। ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੈ ਵਿਡਾਣੀ। And based off of those lies that the Pujari has told, people of the world find themselves saying that enjoyment is worshipping air, enjoyment is worshipping fire, enjoyment is worshipping the water. What were we to do? Instead of worshipping that, we should have understood it. Instead of living in fear of that, we should have understood the system of nature and how it works. ਕਹਿੰਦੇ ਉਹਨਾਂ ਵੇਦਾਂ ਦੇ ਆਧਾਰ ਤੇ ਬ੍ਰਾਹਮਣ ਪੁਜਾਰੀ ਦੇ ਕਹੇ ਹੋਏ ਆਰਡਰ ਦੇ ਉੱਤੇ ਦੁਨੀਆ ਦੇ ਲੋਕ ਕੀ ਕਰਦੇ ਹਨ? ਉਹ ਇਹ ਮੰਨਦੇ ਹਨ ਕਿ ਮਸਤੀ ਇਹਨਾਂ ਚੀਜ਼ਾਂ ਵਿੱਚ ਹੈ ਵੀ ਕਈ ਹਵਾ ਨੂੰ ਪੂਜੀ ਜਾਂਦਾ, ਕਈ ਪਾਣੀ ਨੂੰ ਪੂਜਦਾ ਹੈ, ਕਈ ਅੱਗ ਦੀ ਪੂਜਾ ਕਰਦਾ ਹੈ। ਪਰ ਪਾਤਸ਼ਾਹ ਕਹਿੰਦੇ ਨੇ ਨਹੀਂ, ਮਸਤੀ ਤਾਂ ਹੁੰਦੀ, ਤੂੰ ਮਸਤ ਅਖਵਾਉਣ ਦੇ ਲਾਇਕ ਤਾਂ ਹੁੰਦਾ ਜੇ ਤੂੰ ਪੂਜਣ ਦੀ ਬਜਾਏ ਉਹਨਾਂ ਨੂੰ ਸਮਝੇ ਵੀ ਉਹ ਵਿਧਾਨ ਕਿੱਦਾਂ ਕੰਮ ਕਰਦਾ ਹੈ। ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੈ ਵਿਡਾਣੀ। ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗਹਿ ਪ੍ਰਾਣੀ। ਕਹਿੰਦੇ ਨੇ ਬੰਦਾ ਪੂਜਾ ਦੇ ਚਸਕੇ ਦੇ ਵਿੱਚ ਬੁਰੀ ਤਰ੍ਹਾਂ ਫਸਿਆ ਹੋਇਆ ਹੈ, ਉਹਨੂੰ ਮਸਤੀ ਸਮਝੀ ਬੈਠਾ। ਉਸ ਚਸਕੇ ਦੇ ਵਿੱਚ ਫਸ ਕੇ ਕੋਈ ਧਰਤੀ ਦੀ ਪੂਜਾ ਕਰ ਰਿਹਾ ਹੈ, ਤਰ੍ਹਾਂ ਤਰ੍ਹਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। People of the world are so fixated on worshipping something, and that fixation has become their enjoyment. ਜਿੱਦਾਂ ਜਦੋਂ ਆਹ ਵਿਚਾਰ ਅਸੀਂ ਕਰਨੀ ਸ਼ੁਰੂ ਕੀਤੀ ਨਾ ਵੀ ਨਿਜਮਾਂ ਨੂੰ ਰੱਬ ਕਿਹਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਤੇ ਸਾਡਿਆਂ ਵਿਦਵਾਨਾਂ ਨੇ, ਪੜ੍ਹਿਆ ਲਿਖਿਆ ਵਿਦਵਾਨਾਂ ਨੇ ਬੜਾ ਏਦਾਂ ਰੌਲਾ ਪਾਇਆ ਵੀ ਜੀ ਇਹ ਦਰਖਤਾਂ ਦੀ ਪੂਜਾ ਕਰਨ ਨੂੰ ਕਹਿੰਦੇ ਆ। ਹੁਣ ਜਾਣੀ ਕਿ ਜਿਹੜਾ ਬੰਦਾ ਹੈ ਉਹਨੂੰ ਕੁਝ ਚਾਹੀਦਾ ਹੈ ਵੀ ਮੈਂ ਪੂਜਾ ਕਰਾਂ ਕਿਸੇ ਚੀਜ਼ ਦੀ, ਬੰਦਾ ਸਮਝਣ ਵਾਸਤੇ ਤਿਆਰ ਨਹੀਂ। ਵਾਈ? ਬਿਕਾਜ਼ ਹੀ ਵਾਂਟਸ ਟੂ ਫਾਈਂਡ ਦ ਈਜ਼ੀ ਵੇ ਆਊਟ। ਉਹ ਸੌਖਾ ਰਸਤਾ ਭਾਲਣਾ ਚਾਹੁੰਦਾ ਹੈ। ਤੇ ਪੂਜਾ ਤੋਂ ਕੋਈ ਸੌਖਾ ਰਸਤਾ ਹੋ ਸਕਦਾ, ਸੌਖਾ ਰਾਹ ਹੋ ਸਕਦਾ ਕੋਈ ਨਹੀਂ। ਸਮਝਣਾ ਔਖਾ ਹੈ, ਪੂਜਾ ਕਰਨੀ ਅਗਿਆਨਤਾ ਦੇ ਵਸ ਵਿੱਚ ਰਹਿ ਕੇ ਜੀਣਾ ਬੜਾ ਸੌਖਾ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਵੀ the whole world is fixated on worshipping something instead of understanding what should be understood. ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗਹਿ ਪ੍ਰਾਣੀ। ਵਿਸਮਾਦ ਸੰਜੋਗ ਵਿਸਮਾਦ ਵਿਜੋਗ। We some people are doing
these things in the name of religion, thinking that they are connected to something bigger than them. Some are doing so because they were told that they were disconnected from that thing, disconnected from the bigger picture, and they want to reconnect themselves. ਕਹਿੰਦੇ ਨੇ ਕੋਈ ਤਾਂ ਕਰ ਰਿਹਾ ਹੈ, ਕੋਈ ਤਾਂ ਇਦਾਂ ਅਗਿਆਨਤਾ ਦੇ ਵਿੱਚ ਰਹਿ ਰਿਹਾ ਹੈ ਕਿਉਂਕਿ ਉਹਨੂੰ ਇਦਾਂ ਲੱਗਦਾ ਹੈ ਕਿ ਉਹ ਅਖੌਤੀ ਰੱਬ ਦੇ ਨਾਲ, ਦੇਵਤਿਆਂ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੁੜਿਆ ਹੋਇਆ ਹੈ। ਤਾਂ ਕਿਸੇ ਦੇ ਮਨ ਦੇ ਵਿੱਚ ਇਹ ਡਰ ਬਿਠਾਇਆ ਗਿਆ ਕਿ ਤੂੰ ਵਿਛੜ ਗਿਆ ਹਾਂ ਰੱਬ ਤੋਂ, ਜਾਂ ਦੇਵੀ ਦੇਵਤੇ ਤੇਰੇ ਉੱਤੇ ਖੁਸ਼ ਨਹੀਂ, ਤਾਂ ਉਹ ਤਾਂ ਅਗਿਆਨਤਾ ਦੇ ਵਸ ਵਿੱਚ ਹੋ ਕੇ ਰਹਿ ਰਿਹਾ ਹੈ। ਵਿਸਮਾਦ ਸੰਜੋਗ, ਵਿਸਮਾਦ ਵਿਜੋਗ, ਵਿਸਮਾਦ ਭੁੱਖ, something that enjoyment is in staying hungry all day. If I stay hungry, God will become happy with me. And some say vismad bhukh, vismad bhog, and some say they can enjoy all the pleasures that they want in the name of religion, like our pujaris. कोई ਭੁੱਖਾ ਰਹਿ ਕੇ ਮਸਤੀ ਮਹਿਸੂਸ ਕਰ ਰਿਹਾ ਹੈ ਵੀ ਸ਼ਾਇਦ ਭੁੱਖੇ ਹੋਣ ਦੇ ਨਾਲ ਰੱਬ ਮੇਰੇ ਉੱਤੇ ਖੁਸ਼ ਹੋਵੇਗਾ। ਵਿਸਮਾਦ ਭੁੱਖ, ਵਿਸਮਾਦ ਭੋਗ, ਤੇ ਕਈ ਭੋਗ ਭੋਗਦੇ ਹੋਏ, ਜਿੱਦਾਂ ਪੁਜਾਰੀ ਨਹੀਂ ਭੋਗ ਭੋਗਦਾ, ਦੁਨੀਆ ਵਾਸਤੇ ਉਹਨੇ ਇਹ ਉਪਦੇਸ਼ ਦੇਣਾ ਹੈ ਕਿ ਤੁਸੀਂ ਆਪਣੇ ਸਰੀਰ ਨੂੰ ਕਸ਼ਟ ਦੇਵੋ ਤਾਂ ਰੱਬ ਤੁਹਾਡੇ ਉੱਤੇ ਖੁਸ਼ ਹੋਵੇਗਾ। ਤੇ ਜਦੋਂ ਉਹ ਭੋਗ ਭੋਗਣਾ ਚਾਹੁੰਦਾ ਹੈ, ਉਹ ਫਿਰ ਕੀ ਕਰਦਾ ਹੈ? ਉਹ ਧਰਮ ਦੇ ਨਾਮ ਤੇ ਕਰੇਗਾ। ਉਹ ਇਹ ਕਹੇਗਾ ਕਿ ਫਲਾਣੇ ਦੇਵਤੇ ਨੂੰ ਸ਼ਰਾਬ ਦੀ ਲੋੜ ਹੈ, ਰੱਬ ਨੂੰ ਇਸਤਰੀ ਦੀ ਲੋੜ ਹੈ, ਪਰ ਆਪ ਭੋਗ ਭੋਗਦਾ ਹੈ, ਆਪ ਉਹ ਸਾਰੇ ਕੰਮ ਕਰਦਾ ਹੈ। ਕਿਉਂ ਕਰ ਰਿਹਾ? ਕਿਉਂ ਇਜਾਜ਼ਤ ਮਿਲ ਰਹੀ ਹੈ? Why were the pujaris able to do so? Why are they able to do so? Because we find ourselves enjoying living in ignorance. We say practicing religious rituals is real enjoyment. ਪੁਜਾਰੀ ਕਿਉਂ ਕਰ ਰਿਹਾ ਹੈ? ਕਿਉਂਕਿ ਸਾਨੂੰ ਇਦਾਂ ਲੱਗਦਾ ਹੈ ਕਿ ਧਰਮ ਦੇ ਨਾਮ ਤੇ ਕਰਮਕਾਂਡ ਕੀਤਿਆਂ ਹੀ ਮਸਤੀ ਮਿਲ ਸਕਦੀ ਹੈ। ਧਰਮ ਦੇ ਨਾਮ ਤੇ ਕਰਮਕਾਂਡ ਕੀਤਿਆਂ ਹੋਇਆਂ ਅਗਿਆਨਤਾ ਦੇ ਵਿੱਚ ਰਹਿ ਕੇ ਹੀ ਵਿਸਮਾਦ ਮਹਿਸੂਸ ਕੀਤਾ ਜਾ ਸਕਦਾ ਹੈ। ਪਰ ਪਾਤਸ਼ਾਹ ਕਹਿੰਦੇ ਨੇ ਨਹੀਂ, ਇਹ ਇਦਾਂ ਦਾ ਅਸਲ ਦੇ ਵਿੱਚ ਕੁਝ ਨਹੀਂ। ਆਓ ਮੈਂ ਤੁਹਾਨੂੰ ਸਮਝਾਉਣਾ। ਵਿਸਮਾਦ ਸੰਜੋਗ, ਵਿਸਮਾਦ ਸੰਜੋਗ, ਵਿਸਮਾਦ ਵਿਜੋਗ, ਵਿਸਮਾਦ ਭੁੱਖ, ਵਿਸਮਾਦ ਭੋਗ, ਵਿਸਮਾਦ ਸਿਫਤ, ਵਿਸਮਾਦ ਸਲਾਹ, ਵਿਸਮਾਦ ਉਜੜ, ਵਿਸਮਾਦ ਰਾਹ। ਕਈ ਰੱਬ ਦੀ ਸਿਫਤ ਸਲਾਹ ਕਰਕੇ ਮਸਤੀ ਮਹਿਸੂਸ ਕਰਦੇ ਹਨ। ਜਿਹੜਾ ਰੱਬ ਪੁਜਾਰੀ ਦਾ ਘੜਿਆ ਹੋਇਆ ਹੈ, ਪੁਜਾਰੀ ਕਹਿੰਦਾ ਵੀ ਇਦਾਂ ਸਿਫਤ ਸਲਾਹ ਕੀਤੀ ਜਾਂਦੀ ਹੈ, ਤੇ ਬੰਦਾ ਜਦੋਂ ਕਰਦਾ ਫਿਰ ਮਸਤੀ ਮਹਿਸੂਸ ਕਰਦਾ, ਜਿਹੜਾ ਸਾਡਿਆਂ ਪੁਜਾਰੀਆਂ ਨੇ ਨਹੀਂ ਕੀਤਾ। Guru Pasha says that the people of the world, they find themselves enjoying praising God, singing praises of God. But which God? The God that the pujari constructed, the God that the pujari holds the key to unlocking. Like our pujari say, we come to the Gurdwara, do Naam Simran, give us money, make our langar, make our prasad, clean our Gurdwaras for us, and then God will be happy with you. And what do? People are so blinded by ignorance that they listen to what the pujari says, and then they find themselves enjoying what they are doing. They find themselves enjoying working for pujaris. In reality, that is not seva that God wants us to do. Theek hai, we are to keep our gurdwara clean. We are to make langar, make prasad. All of that is necessary as a community. But if we are going to say that God will be happy with us, then we are living in a doubt. ਸਾਡੇ ਪੁਜਾਰੀ ਨਹੀਂ ਕਰਦੇ, ਗੁਰਦੁਆਰੇ ਆਓ, ਸਾਨੂੰ ਪੈਸੇ ਦਿਓ, ਸਾਡਾ ਲੰਗਰ ਬਣਾਓ, ਸਾਡੇ ਲਈ ਪ੍ਰਸ਼ਾਦ ਬਣਾਓ, ਗੁਰਦੁਆਰਾ ਸਾਫ਼ ਰੱਖੋ, ਰਹਿਣਾ ਪੁਜਾਰੀ ਨੇ। ਪਰ ਨਾ ਕਿਹਦਾ ਲੈਣਾ ਹੈ? ਨਾ ਰੱਬ ਦਾ ਲੈਣਾ, ਵੀ ਰੱਬ ਤੁਹਾਡੇ ਉੱਤੇ ਬਹੁਤ ਖੁਸ਼ ਹੈ ਜੀ, ਫਲਾਣੇ ਪਰਿਵਾਰ ਨੇ ਬਹੁਤ ਸੇਵਾ ਕੀਤੀ ਮਹਾਰਾਜ। ਤੇ ਬੰਦੇ ਨੂੰ ਇਦਾਂ ਲੱਗਣਾ ਵੀ ਸ਼ਾਇਦ ਭਾਂਡੇ ਮਾਂਜਣ ਵਿੱਚ ਮਸਤੀ ਮੈਨੂੰ ਮਿਲ ਰਹੀ ਹੈ, ਕਿਉਂਕਿ ਉਹਨੂੰ ਇਦਾਂ ਲੱਗਣ ਲੱਗ ਪੈਣਾ ਹੈ ਕਿ ਰੱਬ ਮੇਰੇ ਉੱਤੇ ਖੁਸ਼ ਹੋਵੇਗਾ। ਠੀਕ ਆ, ਅਸੀਂ ਸਫਾਈ ਰੱਖਣੀ ਆ ਗੁਰਦੁਆਰਿਆਂ ਦੀ, ਲੰਗਰ ਬਣਾਉਣਾ ਹੈ, ਪ੍ਰਸ਼ਾਦ ਬਣਾਉਣਾ ਹੈ, ਸਾਡੀ ਇੱਕ ਮਰਿਆਦਾ ਹੈ। ਠੀਕ ਹੈ, ਕਮਿਊਨਿਟੀ ਨੂੰ ਇੱਕ ਰੱਖਣ ਵਾਸਤੇ ਇੱਕ ਮਰਿਆਦਾ ਜ਼ਰੂਰੀ ਹੈ, ਡਿਸਪਲਿਨ ਜ਼ਰੂਰੀ ਹੈ। ਪਰ ਜੇ
ਡਰ ਵਜੋਂ ਕਰਨਾ ਵੀ ਰੱਬ ਮੇਰੇ ਉੱਤੇ ਖੁਸ਼ ਹੋਵੇਗਾ, ਫਿਰ ਪਾਤਸ਼ਾਹ ਕਹਿੰਦੇ ਨੇ ਨਹੀਂ ਭਾਈ ਤੂੰ ਬੜੇ ਭੁਲੇਖੇ ਵਿੱਚ ਰਹਿ ਰਿਹਾ। ਜਿਹੜੀ ਮਸਤੀ ਨੂੰ ਤੂੰ ਮਸਤੀ ਮੰਨ ਬੈਠਾ ਉਹ ਅਸਲ ਮਸਤੀ ਨਹੀਂ। ਵਿਸਮਾਦ ਸਿਫਤ, ਵਿਸਮਾਦ ਸਲਾਹ, ਵਿਸਮਾਦ ਉੱਜੜ, ਵਿਸਮਾਦ ਰਾਹ, ਇਹਨਾਂ ਚੱਕਰਾਂ ਦੇ ਵਿੱਚ ਪੈ ਕੇ ਪੁਜਾਰੀਆਂ ਦੀ ਗੱਲ ਸੁਣ ਕੇ ਬੰਦਾ ਗਲਤ ਰਸਤੇ ਪੈ ਗਿਆ। ਬੰਦੇ ਨੂੰ ਇਦਾਂ ਲੱਗਣ ਲੱਗ ਪਿਆ ਕਿ ਮੈਂ ਕਿਸੇ ਰੱਬ ਨੂੰ ਖੁਸ਼ ਕਰਨਾ ਹੈ। ਖੁਸ਼ ਕਿਹਨੂੰ ਕਰਨਾ ਸੀ? ਖੁਸ਼ ਆਪਣੇ ਆਪ ਨੂੰ ਕਰਨਾ ਸੀ। ਆਲੇ ਦੁਆਲੇ ਦੇ ਸਮਾਜ ਨੂੰ ਸੇਧ ਦੇਣੀ ਸੀ ਬੰਦੇ ਨੇ। By following the Pujari's teachings, we have fallen on the wrong path. We are so focused on pleasing a God that doesn't exist instead of pleasing the forms of God that are within our own society. Instead of being complete, being satisfied with ourselves. Instead of giving something back to the people around us. Instead of stabilizing our family environment. Why? Because we think real enjoyment is in pleasing God, when in real enjoyment is being complete within yourself. ਤਾਂ ਕਰਕੇ ਪਾਤਸ਼ਾਹ ਕਹਿੰਦੇ ਨੇ ਵਿਸਮਾਦ ਨੇੜੇ, ਵਿਸਮਾਦ ਦੂਰ। ਕੋਈ ਇਦਾਂ ਕਹਿੰਦਾ ਕਿ ਰੱਬ ਬਹੁਤ ਨੇੜੇ ਵਸਦਾ, ਕੋਈ ਇਦਾਂ ਕਹਿੰਦਾ ਕਿ ਰੱਬ ਦੂਰ ਵਸਦਾ ਸਾਤੋਂ। ਪਰ ਪਾਤਸ਼ਾਹ ਕਹਿੰਦੇ ਨੇ ਮੈਂ ਤੁਹਾਨੂੰ ਸਮਝਾਉਣਾ ਕਿ ਵਿਸਮਾਦ ਵੇਖੇ ਹਾਜ਼ਰਾ ਹਜ਼ੂਰ, ਕਿ ਜਿਹੜਾ ਰੀਅਲ ਮਸਤੀ ਮਹਿਸੂਸ ਕਰਦਾ ਹੈ ਉਹਨੂੰ ਇਦਾਂ ਲੱਗਣ ਲੱਗ ਪੈਂਦਾ ਹੈ ਕਿ ਜਿੱਧਰ ਮੈਂ ਵੇਖਦਾ ਹਾਂ ਉਧਰ ਰੱਬ ਜੀ ਨਜ਼ਰ ਆਉਂਦੇ ਹਨ, ਉਧਰ ਉਹ ਵਿਧਾਨ ਕੰਮ ਕਰ ਰਿਹਾ ਹੈ, ਜਿੱਦਾਂ ਉਹ ਜ਼ਿੰਮੇਵਾਰੀਆਂ ਨਿਭਾ ਰਿਹਾ ਹੈ ਮੈਂ ਵੀ ਨਿਭਾਵਾਂ। ਕਹਿੰਦੇ ਨੇ ਇਹ ਅਸਲ ਮਸਤੀ ਹੈ। But Pasha says that the real enjoyment in life is seeing that law of nature is operating, ਜਿਹਦੇ ਬਾਰੇ ਹੈ ਨਾ ਕਹਿੰਦੇ ਨੇ ਚਤਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉੱਪਰ ਕਰ ਧਾਰਿਓ, ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕੋ ਦਾਤਾ ਰੇ। ਸਗਲ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਭੂਲੇ ਰੇ। एकल माटी कुंचर चीटी, भाजन है बहुनाना रे। अस्थावर जंगम कीट पतंगम, घट घट राम समाना रे। एकल चिंता राख अनंता, और तजों सब आसा रे। प्रणवै नामा भय निकामा, को ठाकुर को दासा रे। ਇਹਨੂੰ ਮਸਤੀ ਕਹਿੰਦੇ ਨੇ। ਜਿਹੜੀ ਮਸਤੀ ਇਹਨਾਂ 35 ਨੇ ਮਹਿਸੂਸ ਕੀਤੀ ਸੀ ਹਨਾ, ਉਹ ਮਸਤੀ ਕਾਸ਼ ਸਾਡੇ ਤੱਕ ਪਹੁੰਚਦੀ, ਕਾਸ਼ ਅਸੀਂ ਉਸ ਮਸਤੀ ਨੂੰ ਮਹਿਸੂਸ ਕਰਦੇ, ਪਰ ਨਹੀਂ, ਸਾਥੋਂ ਲੁਕੋਈ ਗਈ, ਰਮਾਲਿਆਂ ਹੇਠਾਂ ਇਹ ਮਸਤੀ ਲੁਕੋਈ ਗਈ। This was the real enjoyment that those 35 souls whose Bani is in Guru Granth Sahib Ji, those revolutionary individuals, that is what they felt. If only we were able to feel that feeling. But no, that feeling was hidden from us by our Pujari structure. ਵਿਸਮਾਦ ਨੇੜੇ, ਵਿਸਮਾਦ ਦੂਰ, ਵਿਸਮਾਦ ਵੇਖੇ ਹਾਦਰਾ ਹਦੂਰ। ਕਹਿੰਦੇ ਨੇ ਵੇਖ ਵਡਾਣ ਰਿਹਾ ਵਿਸਮਾਦ, ਨਾਨਕ ਬੁੱਝਣ ਪੂਰੇ ਭਾਗ। ਅਸਲ ਮਸਤੀ ਇਹ ਹੈ ਕਿ ਉਸ ਵਿਧਾਨ ਨੂੰ ਵੇਖੋ, ਉਹਨੂੰ ਸਮਝੋ, ਉਸ ਸਮਝ ਨੂੰ, ਉਸ ਗਿਆਨ ਨੂੰ ਜ਼ਿੰਦਗੀ ਵਿੱਚ ਲਾਗੂ ਕਰੋ। ਪਰ ਪਾਤਸ਼ਾਹ ਕਹਿੰਦੇ ਨੇ ਕਿ ਦੁਨੀਆ ਦੇ ਲੋਕ ਕੀ ਕਰਦੇ ਹਨ? What are the people of the world doing? ਵੇਖ ਵਿਡਾਣ ਰਿਹਾ ਵਿਸਮਾਦ। ਇਹ ਅਡੰਬਰ ਦੇਖ ਕੇ ਮਸਤੀ ਮਹਿਸੂਸ ਕਰਦੇ ਹਨ। ਪੁਜਾਰੀ ਢਾਂਚੇ ਦੇ ਦਬਾਅ ਹੇਠ ਇਹ ਕੰਫਰਟੇਬਲ ਹੋ ਗਏ। ਨਾਨਕ ਬੁੱਝਣ ਪੂਰੇ ਭਾਗ, ਉਹਨੂੰ ਇਦਾਂ ਲੱਗਦਾ ਹੈ ਕਿ ਸਾਡੇ ਭਾਗ ਤਾਂ ਪੂਰੇ ਹੋ ਸਕਦੇ ਆ, ਅਸੀਂ ਤਾਂ ਕਿਰਪਾ ਦੇ ਪਾਤਰ ਬਣ ਸਕਦੇ ਹਾਂ ਜੇ ਅਸੀਂ ਵੇਦਾਂ ਦਾ ਰਾਗ ਅਲਾਪੀਏ। Guru Pasha says that the real enjoyment of life was fulfilling your responsibilities, but what have the people of the world done? Dekh vidaan reha vismad, nanak bujjan pure bhag. They have been told that the purpose of life, their purpose by coming into this world is to do what? Is to live in ignorance and live according to what the Pujari has told us. But no, what is the real enjoyment of life according to Guru Nanak Pasha? Vismad vekhe hadra hadur. Feel that you are a part of that system, and like it is fulfilling its responsibilities, you fulfill your responsibilities. So
ਗੁਰਬਾਣੀ ਪੜ੍ਹ ਕੇ ਵਿਚਾਰ ਕੇ ਆਜ਼ਾਦੀ ਨਾਲ ਆਪਣੇ ਫੈਸਲੇ ਆਪ ਲਈਏ। ਲੈਟ ਅਸ ਰੀਡ ਗੁਰਬਾਣੀ, ਲੈਟ ਅਸ ਅੰਡਰਸਟੈਂਡ ਗੁਰਬਾਣੀ, ਲੈਟ ਅਸ ਬ੍ਰਿੰਗ ਗੁਰਬਾਣੀ ਇਨਟੂ ਆਰ ਡੇਲੀ ਲਾਈਵਸ so that we may live life full of confidence, live life full of freedom like our Guru Pasha, like our forefathers lived before us। ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਅੱਜ ਦੀ ਡੇਟ ਵਿੱਚ ਸਾਡੀਆਂ ਜ਼ਿੰਮੇਵਾਰੀਆਂ ਕੀ ਹਨ, ਉਹਨਾਂ ਨੂੰ ਨਿਭਾਉਣ ਦੀ ਕੋਸ਼ਿਸ਼ ਕਰੀਏ ਜਿਵੇਂ ਕਿ ਸਾਡਿਆਂ ਪਾਤਸ਼ਾਹਾਂ ਨੇ 500 ਸਾਲ ਪਹਿਲਾਂ ਸਮਾਜ ਨੂੰ, ਦੁਨੀਆ ਨੂੰ ਨਿਭਾ ਕੇ ਵਿਖਾਈਆਂ। ਅੱਜ ਲਈ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਦਿਓ ਇਜਾਜ਼ਤ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।